तू ही 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 ਵਾਹਿਗੁਰੂ ਵਾਹਿਗੁਰੂ। ਸੰਗਤ ਟੀਵੀ ਦੇ ਸਟੂਡੀਓ ਪੈਰਿਸ ਵਿੱਚ ਸ਼ੇਰੇ ਪੰਜਾਬ ਕੰਪਲੈਕਸ ਵਿੱਚੋਂ ਅੱਜ ਦਾਸ ਗੁਰਦਿਆਲ ਸਿੰਘ ਆਪ ਜੀ ਵਾਸਤੇ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਆਪ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਬਾਰੇ ਹੀ ਜੋ ਕੁਛ ਵੀ ਦੇਖਦੇ ਹੋ, ਸੁਣਦੇ ਹੋ, ਵਿਚਾਰਦੇ ਹੋ, ਉਸ ਕਰਤੇ ਦੀ ਕੁਦਰਤ ਬਾਰੇ ਹੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ। ਉਹ ਗੱਲਾਂ ਭਾਵੇਂ ਦੁਨਿਆਵੀ ਹੋਣ, ਕਿਉਂਕਿ ਦੁਨੀਆਦਾਰੀ ਦੇ ਵਿੱਚ ਰਹਿੰਦੇ ਹਾਂ ਅਤੇ ਦੁਨਿਆਵੀ ਗੱਲਾਂ ਹੀ ਕਰਨੀਆਂ ਪੈਣਗੀਆਂ, ਪਰ ਗੱਲ ਜਿਹੜੀ ਹੈ ਉਹ ਹੁੰਦੀ ਉਸ ਕਰਤੇ ਦੀ ਕੁਦਰਤ ਦੀ ਹੈ, ਜਿਸ ਕਰਤੇ ਦੀ ਕੁਦਰਤ ਦੇ ਵਿੱਚ ਇਹ ਜੋ ਕੁਛ ਵੀ ਅਸੀਂ ਦੇਖਦੇ ਹਾਂ ਉਹ ਵਾਪਰਦਾ ਪਿਆ, ਉਹ ਹੋ ਰਿਹਾ। ਕਰੇ ਕਰਾਵੇ ਆਪੇ ਆਪ, ਮਾਨਸ ਦੇ ਕੇ ਕੁਛ ਨਾ ਹੀ ਹਾਥ। ਸਾਰਾ ਕੁਛ ਜੋ ਕੁਛ ਵੀ ਹੁੰਦਾ ਵਾਪਰਦਾ, ਸਾਰਾ ਕੁਛ ਉਹਦੇ ਭਾਣੇ ਵਿੱਚ ਵਾਪਰਦਾ। ਭਾਵੇਂ ਅਸੀਂ ਇਹ ਕਹਿੰਦੇ ਆ ਇਹ ਆ ਮੈਂ ਕੀਤਾ, ਉਹਨੇ ਕੀਤਾ, ਆ ਫਲਾਣੇ ਜਥੇਬੰਦੀ ਨੇ ਕੀਤਾ, ਆ ਫਲਾਣੇ ਰਾਜੇ ਨੇ ਕੀਤਾ, ਪਰ ਐਕਚੁਅਲੀ ਜੇ ਦੇਖਿਆ ਜਾਵੇ ਤਾਂ ਜੋ ਕੁਛ ਵੀ ਵਾਪਰਦਾ, ਜੋ ਕੁਛ ਵੀ ਹੁੰਦਾ, ਉਹ ਸਾਰਾ ਕੁਛ ਉਹਦੇ ਭਾਣੇ ਵਿੱਚ ਹੁੰਦਾ। ਉਹ ਕੁਦਰਤ ਕਰਦੀ ਆ, ਉਹ ਕਰਦਾ। ਅਤੇ ਅੱਜ ਆਪਾਂ ਕੁਛ ਇਸੇ ਤਰੀਕੇ ਨਾਲ ਕੁਦਰਤ ਦੀਆਂ ਕਰਤੇ ਦੀਆਂ ਗੱਲਾਂ ਦੇਖਾਂਗੇ, ਵਿਚਾਰਾਂਗੇ। ਤਪੋਂ ਰਾਜ ਅਤੇ ਰਾਜੋ ਨਰਕ, ਜੋ ਗੱਲ ਆਮ ਦੁਨੀਆ ਦਾ ਹਰ ਧਰਮ ਜਿਹੜਾ ਆ ਉਹ ਇਸ ਚੀਜ਼ ਦੇ ਨਾਲ ਸਹਿਮਤ ਆ ਕਿ ਜਿਹੜਾ ਰਾਜ ਆ ਉਹ ਪ੍ਰਾਪਤ ਕਰਨ ਲਈ ਤਪ ਕਰਨਾ ਪੈਂਦਾ, ਅਤੇ ਤਪ ਕਰਨ ਤੋਂ ਬਾਅਦ ਹੀ ਇਸ ਦੁਨੀਆ ਦੇ ਉੱਤੇ ਕਿਸੇ ਨੂੰ ਉਹ ਮਾਣ ਸਤਿਕਾਰ ਜਾਂ ਰਾਜ ਕਰਨ ਦਾ ਮੌਕਾ ਪ੍ਰਾਪਤ ਹੁੰਦਾ। ਪਰ ਉਹਦੇ ਲਈ ਪਹਿਲਾਂ ਉਹਦੀ ਪੂਰਬਲੇ ਜਨਮ ਦੀ ਜਿਹੜੀ ਕਮਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਜਦੋਂ ਬੰਦਾ ਤਪ ਕਰਦਾ, ਭਗਤੀ ਕਰਦਾ, ਬੰਦਗੀ ਕਰਦਾ, ਤਾਂ ਉਹਦੇ ਕੋਲ ਕੁਛ ਪੂੰਜੀ ਜਮ੍ਹਾਂ ਹੋ ਜਾਂਦੀ ਆ। ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਫਿਰ ਉਹਨੂੰ ਪੁੱਛਦਾ ਵੀ ਆ ਹੁਣ ਦੱਸ ਤੈਨੂੰ ਕੀ ਚਾਹੀਦਾ, ਕਿਹੜੀ ਤੇਰੀ ਮੰਗ ਆ, ਕਿਹੜੀ ਤੇਰੀ ਡਿਮਾਂਡ ਆ। ਤਾਂ ਉੱਥੇ ਆ ਕੇ ਫਿਰ ਬੰਦਾ ਜਿਹੜਾ ਵਾਕਿਆ ਹੀ ਧਰਮੀ ਹੋਵੇ, ਵਾਕਿਆ ਹੀ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਲੱਭਦਾ ਹੋਵੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਭੇਦ ਹੋਣਾ ਚਾਹੁੰਦਾ ਹੋਵੇ, ਉਹੀ ਬਚ ਸਕਦਾ। ਨਹੀਂ ਤਾਂ ਆਮ ਤੌਰ 'ਤੇ ਇੱਥੇ ਮੰਗ 'ਤੇ ਆ ਕੇ ਬਹੁਤ ਕੁਛ, ਜਾਂ ਜਿਹੜੇ ਧਰਮੀ ਲੋਕ ਵੀ ਹੁੰਦੇ ਹਨ ਉਹ ਵੀ ਡੋਲ ਜਾਂਦੇ ਹਨ। ਔਰ ਇਸੇ ਸਮੇਂ ਅੱਜ ਦੇ ਯੁੱਗ ਦੇ ਵਿੱਚ ਅਸੀਂ ਬਹੁਤ ਕੁਛ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜੋ ਕਦੇ ਅਸੀਂ ਸੋਚ ਵੀ ਨਹੀਂ ਸੀ ਸਕਦੇ। ਐਸੇ ਭਾਣੇ ਵੀ ਜਿਹੜੇ ਆ
ਇਸ ਸੰਸਾਰ ਤੇ ਵਰਤੇ ਹਨ ਕਿ ਜਿਨ੍ਹਾਂ ਨੇ ਕਿਸੇ ਸਮੇਂ ਕਿਤੇ ਭਗਤੀ ਕਰਕੇ ਇਸ ਸਮੇਂ ਦੇ ਵਿੱਚ ਰਾਜ ਪ੍ਰਾਪਤ ਕੀਤੇ ਤੇ ਰਾਜ ਇੰਨੇ ਤਕੜੇ ਪ੍ਰਾਪਤ ਕੀਤੇ ਕਿ ਜਿਹਨਾਂ ਦੀ ਮਿਸਾਲ ਵੀ ਆਮ ਨਹੀਂ ਮਿਲਦੀ। ਇਰਾਕ ਦਾ ਰਾਜਾ ਸਦਾਮ ਹੁਸੈਨ, ਜੇ ਉਹਦੀ ਗੱਲ ਕਰੀਏ, ਜਿਹਦੇ ਰਾਜ ਦੇ ਵਿੱਚ ਜੋ ਉਹ ਚਾਹੁੰਦਾ ਸੀ ਉਹ ਕਰਦਾ ਸੀ। ਕੋਈ ਅਪੀਲ ਦਲੀਲ ਉਹਦੇ ਸਾਹਮਣੇ ਕੰਮ ਨਹੀਂ ਸੀ ਕਰਦੀ। ਜਿਹਨੂੰ ਮਰਜ਼ੀ ਆਪਣੀ ਅਦਾਲਤ ਦੇ ਹਿਸਾਬ ਦੇ ਨਾਲ, ਆਪਣੀ ਮਰਜ਼ੀ ਦੇ ਹਿਸਾਬ ਨਾਲ ਚੁਰਾਹੇ 'ਤੇ ਖੜਾ ਕਰਕੇ ਫਾਂਸੀ ਦੇ ਦੇਵੇ, ਗੋਲੀ ਮਾਰ ਦੇਵੇ, ਕੋਈ ਅਪੀਲ ਦਲੀਲ ਉੱਥੇ ਕੰਮ ਨਹੀਂ ਸੀ ਕਰਦੀ। ਇੰਨਾ ਸੋਨਾ, ਇੰਨੇ ਮਹਿਲ, ਇੰਨੀਆਂ ਰਾਣੀਆਂ, ਕਿੰਨਾ ਕੁਛ, ਦੁਨੀਆ ਦਾ ਹਰ ਸੁੱਖ ਦੇਖਣ ਨੂੰ, ਜਿਹਨੂੰ ਅਸੀਂ ਸੁੱਖ ਕਹਿੰਦੇ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਉਹਦੇ ਪਹਿਲੇ ਤਪਾਂ ਕਰਕੇ ਉਹਨੂੰ ਇਹ ਸਾਰਾ ਕੁਝ ਪ੍ਰਾਪਤ ਸੀ। ਪਰ ਇਸ ਜਨਮ ਦੇ ਵਿੱਚ ਉਹਦੀ ਕੋਈ ਵੀ ਕਮਾਈ ਨਾ ਹੋਣ ਕਰਕੇ ਤੇ ਜਿਹੜੀ ਪਹਿਲੀ ਕਮਾਈ ਸੀ ਉਹਨੇ ਆਪਣੇ ਰਾਜ ਦੇ ਵਿੱਚ ਉਹਨੂੰ ਜ਼ੁਲਮ ਕਰਕੇ ਉਹ ਸਾਰੀ ਹੌਲੀ ਹੌਲੀ ਖਤਮ ਕਰ ਲਈ। ਤੇ ਅਕਾਲ ਪੁਰਖ ਵਾਹਿਗੁਰੂ ਨੇ ਕੁਛ ਐਸੀਆਂ ਵਿਧੀਆਂ ਬਣਾਈਆਂ, ਕੋਈ ਐਸੇ ਤਰੀਕੇ ਬਣਾਏ ਕਿ ਪਤਾ ਨਹੀਂ ਕਿੰਨੇ ਜਨਮਾਂ ਦਾ ਤਪ ਕਰਨ ਤੋਂ ਬਾਅਦ ਜਿਹੜਾ ਰਾਜ ਮਿਲਿਆ ਸੀ, ਉਹ ਰਾਜ ਦੇ ਨਸ਼ੇ ਵਿੱਚ ਆ ਕੇ ਇਤਨਾ ਜ਼ੁਲਮ ਪਾਪ ਕਰਨਾ ਸ਼ੁਰੂ ਕਰਤਾ। ਤੇ ਅਕਾਲ ਪੁਰਖ ਵਾਹਿਗੁਰੂ ਨੇ ਇਸੇ ਧਰਤੀ ਦੇ ਉੱਤੇ ਸਾਡੇ ਦੇਖਦਿਆਂ ਉਹਨੂੰ ਉਹਦੇ ਮੁਲਕ ਦੇ ਵਿੱਚ, ਉਹਦੇ ਰਾਜ ਦੇ ਵਿੱਚ, ਉਹਦੇ ਮਹਿਲਾਂ ਦੇ ਵਿੱਚ ਕਿਹੜੀ ਮੌਤ ਆ ਕੇ ਫੌਜਾਂ ਨੇ, ਪੁਲਿਸ ਨੇ, ਉੱਥੇ ਦੇ ਲੋਕਾਂ ਨੇ ਉਹਨੂੰ ਮਾਰਿਆ। ਤੇ ਸਾਰਿਆਂ ਨੇ, ਸਾਰੀ ਦੁਨੀਆ ਦੇ ਵਿੱਚੋਂ ਉਸ ਬੰਦੇ ਨੂੰ ਲਾਹਨਤਾਂ ਪਾਈਆਂ ਕਿ ਇਹਨੇ ਇੰਨਾ ਜ਼ੁਲਮ ਕੀਤਾ ਸੀ, ਇੰਨਾ ਪਾਪ ਕੀਤਾ ਸੀ। ਤੇ ਜੇ ਆਪਾਂ ਇੱਥੇ ਕਹਿ ਦਈਏ ਕਿ ਉਹ ਗੱਲ ਸੋਚਣ ਵਿੱਚ ਵੀ ਨਹੀਂ ਆਉਂਦੀ, ਉਹ ਸਾਡੇ ਵਿਚਾਰਨ ਵਿੱਚ ਵੀ ਨਹੀਂ ਆਉਂਦੀ ਕਿ ਐਡੇ ਵੱਡੇ ਮੁਲਕ ਦਾ ਇੱਕ ਰਾਜਾ, ਇੱਕ ਡਿਕਟੇਟਰ ਹੋਊ ਤੇ ਉਹਦੇ ਮੁਲਕ ਦੇ ਵਿੱਚ, ਉਹਦੇ ਘਰ ਦੇ ਵਿੱਚ, ਉਹਦੇ ਪਰਿਵਾਰ ਦੇ ਵਿੱਚ ਆ ਕੇ ਉਹਨੂੰ ਐਡੀ ਬੁਰੀ ਹਾਲਤ ਵਿੱਚ ਨਾ ਮਾਰਿਆ ਜਾਊਗਾ। ਇਹ ਸਮਝ 'ਚ ਨਹੀਂ ਆਉਂਦੀ ਜੇ ਅਸੀਂ ਆਪਣੇ ਨੋਰਮਲੀ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਿਸਟਮ ਹੈ, ਉਹਦੇ ਸਿਸਟਮ ਵਿੱਚ ਸਮਝੀਏ ਤੇ ਸਾਨੂੰ ਸਮਝਣ ਦੀ ਲੋੜ ਨਹੀਂ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਹੈ, ਸਮਝਾ ਦਿੱਤਾ ਹੈ ਕਿ ਜਦੋਂ ਪਾਪ ਦੀ ਅਖੀਰ ਹੋ ਜਾਂਦੀ ਆ, ਜੋ ਪਾਪ ਦਾ ਭਾਂਡਾ ਭਰ ਜਾਂਦਾ, ਪਾਪੀ को मारने के लिए ਉਹ ਜਿਹੜੀ ਪਾਪ ਦੀ ਉਹਦਾ ਆਪਣਾ ਪਾਪ ਆ, ਉਹੀ ਮਹਾਬਲੀ ਹੋ ਜਾਂਦਾ। ਜਿਹੜੇ ਉਹਦੇ ਕਰਮ ਆ ਉਹੀ ਜਿਹੜੇ ਆ ਉਹਨੂੰ ਇੱਕ ਦਿਨ ਡੁੱਬਣ ਵੱਲ ਲੈ ਜਾਂਦੇ ਆ, ਜਿੱਥੇ ਉਹਨੂੰ ਸਹਾਰਾ ਨਹੀਂ ਮਿਲਦਾ, ਉਹਦਾ ਬਚਾਅ ਦਾ ਕੋਈ ਸਾਧਨ ਨਹੀਂ ਹੁੰਦਾ। ਤੇ ਉਹ ਸਾਰਾ ਕੁਝ ਹੁੰਦਾ ਤਾਂ ਹੀ ਆ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਅਸੀਂ ਰੱਬ ਨਾਲੋਂ, ਆਪਣੇ ਗੁਰੂ ਨਾਲੋਂ, ਆਪਣੇ ਪਰਮੇਸ਼ਰ ਨਾਲੋਂ, ਉਹਦੇ ਬਣਾਏ ਹੋਏ ਅਸੂਲਾਂ ਨਾਲੋਂ ਟੁੱਟ ਜਾਂਦੇ ਹਾਂ, ਫਿਰ ਉਹ ਸਾਰਾ ਕੁਝ ਹੁੰਦਾ। ਤਾਂ ਕਰਕੇ ਹੁੰਦਾ ਕਿਉਂਕਿ ਅਸੀਂ ਰਾਜ ਦੇ ਨਸ਼ੇ ਦੇ ਵਿੱਚ ਉਹ ਗੱਲ ਭੁੱਲ ਗਏ ਜਿੱਥੋਂ ਇਹ ਸਾਨੂੰ ਰਾਜ ਮਿਲਿਆ ਸੀ। ਜੇ ਉਹ ਗੱਲ ਸਾਡੇ ਦਿਮਾਗ, ਸਾਡੇ ਜ਼ਿਹਨ ਦੇ ਵਿੱਚ ਹੁੰਦੀ ਕਿ ਇਹ ਜਿਹੜੀਆਂ ਦਾਤਾਂ ਹਨ, ਇਹ ਜੋ ਬਖਸ਼ਿਸ਼ਾਂ ਹਨ, ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਦਿੱਤੀਆਂ, ਤੇ ਇਹ ਕਿਰਪਾ ਕਰਨ ਵਾਸਤੇ ਕਿੰਨਾ ਜਨਮ, ਕਿੰਨੀ ਤਪੱਸਿਆ ਸਾਨੂੰ ਉਹ ਕਰਨੀ ਪਈ, ਤੇ ਸ਼ਾਇਦ ਅਸੀਂ ਜ਼ੁਲਮ ਜਾਂ ਪਾਪ ਨਹੀਂ ਕਰੀਏ। ਪਰ
ਇਹ ਇੱਕ ਨਸ਼ਾ ਰਾਜ ਦਾ ਇੱਕ ਐਸਾ ਨਸ਼ਾ ਆ ਕਿ ਉਸ ਰਾਜ ਦੇ ਨਸ਼ੇ ਦੇ ਵਿੱਚ ਅਸੀਂ ਉਹ ਭੁੱਲ ਜਾਂਦੇ ਹਾਂ ਕਿ ਬੜੀ ਮੁਸ਼ੱਕਤ ਤੋਂ ਬਾਅਦ ਇਹ ਸਾਨੂੰ ਇਹ ਜਿਹੜਾ ਰਾਜ ਹੈ ਸਾਨੂੰ ਪ੍ਰਾਪਤ ਹੋਇਆ। ਪਰ ਇਸ ਸਮੇਂ ਜੇ ਆਪਾਂ ਇਹ ਗੱਲ ਆਖੀਏ ਕਿ ਦਾਤਾ ਪ੍ਰਾਪਤ ਕਰਨੀਆਂ ਬਹੁਤ ਮੁਸ਼ਕਿਲ ਆ, ਬਹੁਤ ਜ਼ਿਆਦਾ ਮੁਸ਼ਕਿਲ ਆ। ਇਹ ਰਾਜ ਪ੍ਰਾਪਤ ਕਰਨਾ ਬਹੁਤ ਮੁਸ਼ਕਿਲ ਆ, ਐਡਾ ਸੌਖਾ ਨਹੀਂ। ਪਰ ਉਹ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਂਭ ਕੇ ਰੱਖਣਾ ਅਤੇ ਉਹਨੂੰ ਸਹੀ ਡਾਇਰੈਕਸ਼ਨ ਵਿੱਚ ਲੈ ਕੇ ਜਾਣਾ ਉਸ ਤੋਂ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੈ, ਬਹੁਤ ਜ਼ਿਆਦਾ ਮੁਸ਼ਕਿਲ ਹੈ। ਗੁਰੂ ਨਾਨਕ ਦੇਵ ਜੀ ਨੂੰ ਇੱਕ ਦਿਨ ਮਰਦਾਨਾ ਜੀ ਪੁੱਛਦੇ, ਗੁਰੂ ਨਾਨਕ ਦੇਵ ਜੀ ਤੁਸੀਂ ਤਾਂ ਰੱਬ ਦਾ ਰੂਪ ਆ, ਤੁਹਾਡੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਆ, ਤੁਸੀਂ ਆਪਣੇ ਮੂੰਹ 'ਚੋਂ ਜੋ ਵੀ ਅਲਫਾਜ਼ ਕਹਿੰਦੇ ਹੋ ਉਹ ਪੂਰਾ ਹੁੰਦਾ, ਜਿਹਦੇ ਵੱਲ ਨੂੰ ਤੁਹਾਡੀ ਨਿਗਾਹ ਚੱਲ ਜਾਵੇ ਉਹ ਵੀ ਤਰ ਜਾਂਦਾ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਸ ਸਮੇਂ ਤੁਹਾਨੂੰ ਤੜਕੇ ਉੱਠ ਕੇ ਇਸ਼ਨਾਨ ਕਰਨਾ, ਬੰਦਗੀ ਕਰਨੀ, ਉਹਦੀ ਕੀ ਲੋੜ ਆ? ਤੁਸੀਂ ਆਪਣਾ ਪਰਿਵਾਰ ਪਿੱਛੇ ਛੱਡ ਕੇ ਬਾਹਰਲੇ ਲੋਕਾਂ ਦਾ ਆਧਾਰ ਕਰਨ ਜਾਂਦੇ ਹੋ। ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸ ਪਰਮੇਸ਼ਰ ਦੀ ਆਰਾਧਨਾ ਕਰਦੇ ਹੋ, ਚੌਂਕੜੀ ਮਾਰ ਕੇ ਬੈਠ ਜਾਂਦੇ ਹੋ, ਉਹਦੇ ਨਾਲ ਜੁੜ ਜਾਂਦੇ ਹੋ। ਤੁਸੀਂ ਇਹ ਦੁਨੀਆ ਦੇ ਸੁੱਖ ਜਿਹੜੇ ਆ ਉਹ ਕਿਉਂ ਨਹੀਂ ਪ੍ਰਾਪਤ ਕਰਦੇ? ਜੋ ਦੁਨਿਆਵੀ ਸੁੱਖ ਹਨ, ਜੋ ਰਾਜੇ ਮਹਾਰਾਜੇ ਹਨ ਨੂੰ ਮਿਲਦੇ ਹਨ। ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਮਰਦਾਨਿਆ, ਇਹ ਜੋ ਦੁਨੀਆ ਦੇ ਸੁੱਖ ਹਨ ਇਹ ਕਿ ਪਰਛਾਵੇਂ ਦੀ ਤਰ੍ਹਾਂ ਹਨ। ਇਹ ਆਉਂਦੇ ਹਨ ਉਹਦੇ ਭਾਣੇ ਵਿੱਚ, ਜਾਂਦੇ ਹਨ ਉਹਦੇ ਭਾਣੇ ਵਿੱਚ। ਪਰ ਜਿਹੜੇ ਸਦੀਵੀ ਸੁੱਖ ਹੈ, ਜਿਹੜਾ ਹਮੇਸ਼ਾ ਹੀ ਸੁੱਖ ਰਹਿੰਦਾ ਹੈ, ਉਹ ਸੁੱਖ ਜਿਹੜਾ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਰਹਿ ਕੇ ਹੀ ਪ੍ਰਾਪਤ ਹੁੰਦਾ, ਉਹਦੀ ਯਾਦ ਵਿੱਚ ਜੁੜ ਕੇ ਹੀ ਪ੍ਰਾਪਤ ਹੁੰਦਾ। ਜੇ ਉਹਦੇ ਨਾਲੋਂ ਇੱਕ ਪਲ ਵੀ ਟੁੱਟ ਜਾਈਏ, ਇੱਕ ਛਿਨ ਵੀ ਟੁੱਟ ਜਾਈਏ, ਤਾਂ ਇਹ ਦੁਨੀਆ ਦੇ ਜਿੰਨੇ ਵੀ ਸੁੱਖ ਆ ਉਹ ਦੁੱਖਾਂ ਵਿੱਚ ਬਦਲ ਜਾਂਦੇ ਆ। ਪਰ ਇਹ ਗੁਰੂ ਨਾਨਕ ਦੇਵ ਜੀ ਦੀ ਗੱਲ, ਨਿੱਕੀ ਜਿਹੀ ਗੱਲ ਨੂੰ ਸਮਝਣ ਵਾਸਤੇ ਬਹੁਤ ਜ਼ਿਆਦਾ ਬਰੀਕੀ ਨਾਲ ਸੋਚਣ ਦੀ ਲੋੜ ਪਈ। ਇੱਕ ਪਲ ਵਿੱਚ ਜੇ ਗੱਲ ਗੁਰੂ ਨਾਨਕ ਦੇਵ ਜੀ ਕਹਿ ਰਹੇ ਆ ਮਰਦਾਨਾ ਜੀ ਨੂੰ, ਕਿ ਜੇ ਮੈਂ ਇੱਕ ਪਲ ਵੀ, ਇੱਕ ਛਿਨ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਜਾਵਾਂ ਜਾਂ ਦੂਰ ਚਲ ਜਾਵਾਂ ਜਾਂ ਉਹਨੂੰ ਭੁੱਲ ਜਾਵਾਂ, ਤੇ ਜਿੰਨੀਆਂ ਵੀ ਦੁਨੀਆ ਦੇ ਸੁੱਖ ਜਿਹਦੇ ਆ ਉਹ ਸਾਰੇ ਦੁੱਖਾਂ ਵਿੱਚ ਬਦਲ ਜਾਂਦੇ ਆ। ਤੇ ਸਾਡੀ ਹਾਲਤ ਆ, ਸਾਨੂੰ ਕਦੀ ਜਦੋਂ ਕਿਤੇ ਲੋੜ ਪੈਂਦੀ ਆ ਉਦੋਂ ਰੱਬ ਦਾ ਨਾਂ ਚੇਤੇ ਆਉਂਦਾ, ਉਦੋਂ ਵਾਹਿਗੁਰੂ ਦਾ ਨਾਂ ਚੇਤੇ ਆਉਂਦਾ, ਉਦੋਂ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ। ਜਦੋਂ ਸਾਨੂੰ ਕੋਈ ਮੁਸੀਬਤ ਪਈ ਹੁੰਦੀ ਆ, ਇਹ ਅਸੀਂ ਕਹਿੰਦੇ ਹਾਂ, ਰੱਬਾ ਸਾਡੀ ਸੁਣ, ਸਾਡੀ ਤੇ ਮਿਹਰ ਅਨੁਸਾਰ ਸਾਡੇ 'ਤੇ ਕਿਰਪਾ ਕਰ। ਫਿਰ ਅਸੀਂ ਰੱਬ ਨੂੰ ਲਾਲਚ ਵੀ ਦੇਣਾ ਸ਼ੁਰੂ ਕਰ ਦਿੰਦੇ ਹਾਂ। ਪਰ ਦੂਏ ਪਾਸੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਕਿੰਨੀ ਕਮਾਈ, ਔਰ ਇਸ ਜਨਮ ਦੇ ਵਿੱਚ ਵੀ ਉਹ ਕਮਾਈ ਕਰ ਰਹੇ ਆ, ਅਤੇ ਮਰਦਾਨਾ ਜੀ ਉਹਨੂੰ ਇਹ ਸਵਾਲ ਕਰ ਰਹੇ ਆ। ਅਤੇ ਜਿਹੜੇ ਲੋਕ ਇਸ ਜਨਮ ਦੇ ਵਿੱਚ ਆ ਕੇ ਪਹਿਲੀ ਕਮਾਈ ਨੂੰ ਸਾਂਭ ਕੇ ਨਹੀਂ ਰੱਖਦੇ, ਕਿਉਂ ਪਹਿਲੀ ਕਮਾਈ ਦਾ ਮਤਲਬ ਜਿਹੜਾ ਇਹ ਸਾਨੂੰ ਜਨਮ ਮਿਲਿਆ ਇਹ ਪਹਿਲੀ ਪੂਰਬਲੇ ਕਰਮਾਂ ਕਰਕੇ ਮਿਲਿਆ, ਅਤੇ ਇਸ ਜਨਮ ਦੇ ਵਿੱਚ ਸਾਡਾ ਜਿਹੜਾ ਮੇਨ ਮਨੋਰਥ ਜਿਹੜਾ ਆ ਉਹ ਤਾਂ ਰੱਬ ਨੂੰ ਮਿਲਦਾ ਹੀ ਆ। ਭਈ ਪ੍ਰਾਪਤ ਮਨੁੱਖ ਦਹਰੀਆ ਗੋਬਿੰਦ ਮਿਲਣ ਕੀ, ਇਹ ਤਾਂ ਵਰੀਏ ਸਾਡੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਇਹ ਵਾਰੀ ਆ। ਪਰ ਇਸ ਵਾਰੀ ਦੇ ਵਿੱਚ ਜੇ ਅਸੀਂ ਇਸ ਦੁਨੀਆ ਦੇ ਚੱਕਰ ਦੇ ਵਿੱਚ, ਦੁਨੀਆ ਦੀ ਜਿਹੜਾ ਐਸ਼ੋ ਆਰਾਮ ਆ ਉਹਦੇ ਵਿੱਚ ਉਲਝ ਕੇ ਰਹਿ ਜਾਵਾਂਗੇ, ਅਤੇ ਸ਼ਾਇਦ ਜਿਹੜਾ ਸਾਡਾ ਪਹਿਲਾ ਕੀਤੀ ਹੋਈ ਕਮਾਈ ਆ ਉਹ ਵੀ ਜਿਹੜੀ ਸਾਡੀ ਵਿਅਰਥ ਜਾ ਸਕਦੀ ਆ। ਇਸੇ ਕਰਕੇ ਮੈਂ ਜਿਹੜੀ ਪਹਿਲੋਂ, ਕਿਉਂਕਿ ਯੂਰਪ ਦੇ ਵਿੱਚ ਸਦਾਮ ਹੁਸੈਨ ਜਿਹੜਾ ਸਮੇਂ ਦਾ ਰਾਜਾ ਹੋਇਆ, ਉਹਦਾ ਕਾਫੀ ਨਾਂ ਗਿਣਿਆ ਜਾਂਦਾ ਸੀ ਕਿ ਬਹੁਤ ਤਕੜਾ, ਬਹੁਤ ਅਮੀਰ, ਉੱਥੋਂ ਪੈਟਰੋਲ ਉਹਦੇ ਮੁਲਕ 'ਚੋਂ ਬੜਾ ਨਿਕਲਦਾ, ਕਿਸੇ ਦੀ ਉਹ ਇਹ ਨਹੀਂ ਮੰਨਦਾ, ਉਹ ਇੰਨਾ ਮਤਲਬ ਆਪਣੀ ਥਾਂ 'ਤੇ ਹੰਕਾਰ ਗਿਆ ਸੀ। ਪਰ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਐਸਾ ਬੰਦਾ ਨਹੀਂ ਸੀਗਾ ਕਿ ਜਿਹੜਾ ਸੋਚ ਸਕਦਾ ਕਿ ਉਹਦੇ ਮੁਲਕ ਦੇ ਵਿੱਚ, ਉਹਦੇ ਘਰ ਦੇ ਵਿੱਚ ਆ ਕੇ, ਉਹਦੇ ਪਰਿਵਾਰ ਦੇ ਵਿੱਚ ਆ ਕੇ
ਉਹਨੂੰ ਐਸੀ ਮੌਤ ਦਿੱਤੀ ਜਾ ਸਕਦੀ ਹੈ। ਪਰ ਸਾਡੇ ਸਾਹਮਣੇ ਤਾਂ ਮਿਸਾਲ ਜਿੰਦੀ ਆ, ਹੁਣ ਦੀ ਮਿਸਾਲ ਹੈ, ਕੋਈ ਜ਼ਿਆਦਾ ਕਿਤਾਬਾਂ ਵਿੱਚੋਂ ਪੜ੍ਹੀ ਸੁਣੀ ਗੱਲ ਨਹੀਂ ਗੀ, ਅਸੀਂ ਆਪਣੇ ਅੱਖਾਂ ਦੇ ਨਾਲ ਦੇਖਿਆ। ਪਰ ਜੇ ਅਸੀਂ ਇਹ ਸਾਰਾ ਕੁਝ ਦੇਖ ਕੇ, ਸਾਰਾ ਕੁਝ ਸਮਝ ਕੇ, ਤੇ ਦੂਏ ਪਾਸੇ ਗੁਰੂ ਨਾਨਕ ਦੇਵ ਜੀ ਨੂੰ ਮਰਦਾਨਾ ਜੀ ਪੁੱਛ ਰਹੇ ਆ ਵੀ ਤੁਸੀਂ ਹੁਣ ਭਗਤੀ ਕਿਉਂ ਕਰਦੇ ਹੋ, ਤੁਸੀਂ ਹੁਣ ਬੰਦਗੀ ਕਿਉਂ ਕਰਦੇ ਆ? ਤੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਜੇ ਇੱਕ ਪਲ ਇੱਕ ਛਿਨ ਵੀ ਮੈਂ ਤੋਂ ਦੂਰ ਚਲ ਜਾਵਾਂ ਤੇ ਦੁਨੀਆ ਦੇ ਜਿੰਨੇ ਵੀ ਸਾਰੇ ਸੁੱਖ ਆ ਉਹ ਸਾਰੇ ਟੁੱਟ ਜਾਂਦੇ ਆ। ਤੇ ਜਿਹੜੀ ਪੂਰਬਲੀ ਪਹਿਲੀ ਕਮਾਈ ਆ ਉਹਨੂੰ ਸਾਂਭ ਕੇ ਰੱਖਣ ਲਈ ਜਾਂ ਉਹਨੂੰ ਜਾਇਜ਼ ਤਰੀਕੇ ਨਾਲ ਵਰਤਣ ਵਾਸਤੇ, ਜਾਂ ਜਾਇਜ਼ ਤਰੀਕੇ ਨਾਲ ਉਹਨੂੰ ਵਰਤਣਾ, ਉਹ ਕਮਾਉਣ ਨਾਲੋਂ ਵੀ ਜ਼ਿਆਦਾ ਔਖਾ ਆ। ਇਹ ਕੋਈ ਹੱਥ ਕਥਨੀ ਨਹੀਂ ਹੈਗੀ। ਗੁਰੂ ਨਾਨਕ ਦੇਵ ਜੀ ਨੇ ਜੇ ਕਲਯੁੱਗ ਦੇ ਵਿੱਚ ਆ ਕੇ ਯੁੱਗ ਨੂੰ ਪਲਟਾਉਣ ਦੀ ਗੱਲ ਕੀਤੀ ਆ, ਇਹ ਕਲਯੁੱਗ ਦਾ ਭਿਆਨਕ ਯੁੱਗ ਜਿਹੜਾ ਆ, ਇਹਦੇ ਵਿੱਚ ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਜਹਾਜ਼ ਆ, ਜਿਹਦੇ ਉੱਤੇ ਚੜ੍ਹ ਕੇ ਕੋਈ ਇਨਸਾਨ ਉਹ ਤੋਂ ਪਾਰ ਨਿਕਲ ਸਕਦਾ, ਉਹ ਤੋਂ ਦੂਰ ਜਾ ਸਕਦਾ। ਵਰਨਾ ਜੇ ਅਸੀਂ ਇੱਕ ਪਲ ਵੀ, ਜਿੱਦਾਂ ਗੁਰੂ ਸਾਹਿਬ ਨੇ ਕਿਹਾ ਕਿ ਉਹਨੂੰ ਭੁੱਲ ਜਾਈਏ ਤੇ ਸਾਡੇ ਮਾੜੇ ਕਰਮ ਹੋ ਜਾਂਦੇ ਆ, ਸਾਡਾ ਬਹੁਤ ਬੁਰਾ ਹਾਲ ਹੁੰਦਾ, ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਚਲ ਜਾਂਦੇ ਹਾਂ। ਅਤੇ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਰਹੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸੱਚੇ ਪਿਤਾ, ਕਿਰਪਾ ਕਰੀ ਸਾਡੇ 'ਤੇ, ਸਾਨੂੰ ਕੋਈ ਮਤ ਬੁੱਧੀ ਨਹੀਂ ਹੈ, ਕਿਰਪਾ ਕਰਕੇ ਇਹ ਮਤ ਬੁੱਧੀ ਵੀ ਬਖਸ਼ ਕਿ ਜੋ ਕੁਛ ਸਾਨੂੰ ਇਹ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਿੱਤਾ ਹੈ, ਇਹਨੂੰ ਅਸੀਂ ਸਾਂਭ ਸਕੀਏ। ਜੇ ਕਿਰਪਾ ਕਰਕੇ ਸਾਨੂੰ ਦੇ ਦਿੱਤਾ ਹੈ, ਜੇ ਭਾਵੇਂ ਸਾਡੇ ਪੂਰਬਲੇ ਕਰਮਾਂ ਦੀ ਕਮਾਈ ਕਰਕੇ ਸਾਨੂੰ ਆਪ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ, ਤੇ ਹੁਣ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ, ਦਇਆ ਕਰ, ਤਾਂ ਕਿ ਇਹ ਜੋ ਬਖਸ਼ਿਸ਼ ਆਪ ਜੀ ਦਿੱਤੀ ਹੈ ਇਹਨੂੰ ਅਸੀਂ ਸੋਹਣੇ ਤਰੀਕੇ ਨਾਲ ਸਾਂਭ ਵੀ ਸਕੀਏ। ਪਰ ਜੇ ਅਸੀਂ ਇਹ ਨਾ ਕਰਾਂਗੇ ਤੇ ਜਿਹੜੀ ਸਾਡੀ ਪਹਿਲੀ ਕਮਾਈ ਹੈ ਉਹ ਵੀ ਵਿਅਰਥ ਚਲੀ ਜਾਊਗੀ। ਤੇ ਉਹ ਜਿਹੜੀ ਕਹਾਵਤ ਸਾਡੇ ਸਾਹਮਣੇ ਹੈ ਕਿ ਤਪੋ ਰਾਜ ਤੇ ਰਾਜੋ ਨਰਕ ਵਾਲੀ ਗੱਲ ਆ, ਅਸੀਂ ਉਹਦੇ ਚੱਕਰ ਦੇ ਵਿੱਚ, ਉਹਦੇ ਜਾਲ ਦੇ ਵਿੱਚ ਅਸੀਂ ਫਸ ਜਾਵਾਂਗੇ। ਤੇ ਜੇ ਅਸੀਂ ਅੱਜ ਵੀ ਅਸੀਂ ਇਸ ਮੌਕੇ ਨੂੰ ਨਾ ਸਾਂਭਿਆ, ਅੱਜ ਵੀ ਅਸੀਂ ਇਹਦੇ ਉੱਤੇ ਵਿਚਾਰ ਨਾ ਕੀਤੀ ਕਿ ਇਹ ਜਿਹੜਾ ਜੀਵਨ ਹੈ ਸਾਨੂੰ ਇੱਕ ਕਿਸਮ ਦਾ ਰਾਜੇ ਤੌਰ 'ਤੇ ਮਿਲਿਆ, ਕਿਉਂਕਿ 84 ਲੱਖ ਜੂਨਾਂ ਦੇ ਵਿੱਚੋਂ ਜਿਹੜੀ ਸਰਦਾਰੀ ਹੈ ਉਹ ਸਾਨੂੰ ਇਸ ਜਨਮ ਦੇ ਵਿੱਚ ਮਿਲੀ ਹੈ, ਇਨਸਾਨ ਦੇ ਜਨਮ ਵਿੱਚ। ਭਾਵੇਂ ਦੁਨਿਆਵੀ ਤੌਰ ਦੇ ਉੱਤੇ ਇਹ ਰਾਜੇ, ਮਹਾਰਾਜੇ, ਵਜ਼ੀਰ ਹੋਰ ਬਹੁਤ ਹਨ, ਆਪੋ ਆਪਣੀ ਥਾਂ ਦੇ ਉੱਤੇ ਹਨ, ਪਰ 84 ਲੱਖ ਜੀਵਾਂ ਦੇ ਵਿੱਚੋਂ ਜਿਹੜੀ ਸਰਦਾਰੀ ਮਿਲੀ ਹੈ ਉਹ ਇੱਕ ਇਨਸਾਨ ਨੂੰ ਮਿਲੀ ਹੈ, ਸਾਨੂੰ ਮਿਲੀ ਹੈ, ਚਾਹੇ ਉਹ ਇਸਤਰੀ ਦੇ ਰੂਪ ਵਿੱਚ ਹੈ, ਚਾਹੇ ਪੁਰਸ਼ ਦੇ ਰੂਪ ਵਿੱਚ ਹੈ, ਪਰ 84 ਲੱਖ ਜੂਨਾਂ ਦਾ ਸਰਦਾਰ ਜਿਹੜਾ ਹੈ ਉਹ ਇਨਸਾਨ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ। ਅਤੇ 84 ਲੱਖ ਜੂਨਾਂ ਚਾਹੇ ਅਸੀਂ ਭੋਗ ਕੇ ਆਏ ਹਾਂ, ਚਾਹੇ ਗੁਰੂ ਮਹਾਰਾਜ ਨੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਉਹ ਵਿੱਚੋਂ ਕੱਢ ਕੇ ਇਹ ਜਨਮ ਦੇ ਦਿੱਤਾ। ਪਰ ਅਸੀਂ ਇਸ ਜਨਮ ਦੇ ਵਿੱਚ ਅਸੀਂ ਸਾਰੇ ਹੀ ਆਪੋ ਆਪਣੀ ਥਾਂ 'ਤੇ ਰਾਜੇ ਹਾਂ। 84 ਲੱਖ ਜੂਨ ਨੂੰ ਅਸੀਂ ਕਮਾਂਡ ਕਰ ਸਕਦੇ ਹਾਂ, ਚਾਹੇ ਉਹ ਪਾਣੀ ਵਿੱਚ ਰਹਿੰਦੀ ਆ, ਚਾਹੇ ਅਸਮਾਨਾਂ ਦੇ ਵਿੱਚ ਰਹਿੰਦੀ ਆ, ਚਾਹੇ ਉਹ ਪੰਛੀਆਂ ਦੇ ਰੂਪ ਵਿੱਚ ਆ, ਚਾਹੇ ਉਹ ਜੰਗਲੀ ਜਾਨਵਰਾਂ ਦੇ ਰੂਪ ਦੇ ਵਿੱਚ ਆ। ਪਰ ਇੱਕ ਇਨਸਾਨ ਜਿਹੜਾ ਆ, ਉਹਨਾਂ ਜਾਨਵਰਾਂ ਨੂੰ, ਬੜੇ ਬੜੇ ਜਾਨਵਰਾਂ ਨੂੰ, ਜਿਹੜੇ ਭਿਆਨਕ ਜਾਨਵਰ ਆ, ਉਹਨਾਂ ਨੂੰ ਵੀ ਆਪਣੀ ਕਮਾਂਡ ਵਿੱਚ ਲਿਆ ਸਕਦਾ, ਉਹਨਾਂ ਨੂੰ ਵੀ ਕਾਬੂ ਕਰ ਸਕਦਾ। ਪਰ ਉਹ ਜਾਨਵਰ 84 ਲੱਖ ਇਕੱਠਾ ਹੋ ਕੇ ਵੀ ਇੱਕ ਇਨਸਾਨ ਨੂੰ ਕਮਾਂਡ ਨਹੀਂ ਕਰ ਸਕਦਾ। ਪਰ ਇੱਕ ਇਨਸਾਨ ਜਿਹੜਾ ਆ ਉਹ 84 ਲੱਖ ਨੂੰ ਵੀ ਕਮਾਂਡ ਕਰ ਸਕਦਾ। ਪਰ ਇਹ ਗੱਲ ਸਾਨੂੰ ਸਮਝਣੀ ਪਊਗੀ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਜਨਮ ਦੇ ਵਿੱਚ ਉਹ ਰਾਜ ਜੋ ਬਣਾ ਕੇ, ਸਾਜ ਦੇ ਕੇ ਸਾਨੂੰ ਭੇਜਿਆ। ਪਰ ਇੱਥੇ ਆ ਕੇ ਅਸੀਂ ਉਹ ਰਾਜ ਤਾਂ ਜਿਹੜੇ ਸੀ ਉਦੋਂ ਬਾਅਦ ਫਿਰ ਆਪਾਂ ਤਰੀਕੇ ਨਾਲ ਆਪਣੇ ਕਰਮਾਂ ਕਰਕੇ ਜਾਂ ਆਪਣੇ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟ ਕੇ ਅਸੀਂ ਫਿਰ ਉਹ ਭਿਖਾਰੀਆਂ ਵਾਲੇ ਚੱਕਰ ਦੇ ਵਿੱਚ ਤੁਰੇ ਫਿਰਦੇ ਹਾਂ। ਕਿਉਂਕਿ ਅਸੀਂ ਇਹ ਜਿਹੜੇ ਦੁਨੀਆ ਦੇ ਰਾਜ ਆ, ਜਾਂ ਦੁਨੀਆ ਦੇ ਜਿਹੜੇ ਰਾਜੇ ਆ, ਜਾਂ ਦੁਨੀਆ ਦੀ ਜਿਹੜੀ ਚਮਕ ਦਮਕ ਉਹਦੇ ਵਿੱਚ ਫਸ ਕੇ ਉਹ ਜਿਹੜਾ ਅਸਲੀ ਰਾਜ ਵਾਲੀ ਗੱਲ ਆ
ਅਸੀਂ ਉਹ ਤੋਂ ਦੂਰ ਚਲ ਜਾਂਦੇ ਹਾਂ। ਮੈਂ ਫਿਰ ਉਹੀ ਗੱਲ ਕਹਾਂਗਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਆਖੀ ਵੀ ਜੇ ਗੁਰੂ ਨਾਨਕ ਦੇਵ ਜੀ ਸਾਰਾ ਕੁਝ ਹੁੰਦੇ ਹੋਏ ਇੱਕ ਪਲ ਤੇ ਛਿੰਨ ਵਿੱਚ ਇਹ ਕਹਿੰਦੇ ਇੰਨਾ ਕੁਝ ਹੋ ਜਾਂਦਾ, ਤੇ ਅਸੀਂ ਆਪੋ ਆਪਣੇ ਅੰਦਰ ਜੇ ਝਾਤੀ ਮਾਰ ਕੇ ਦੇਖੀਏ ਵੀ ਜਿਹੜੇ ਹਮੇਸ਼ਾ ਹੀ ਟੁੱਟੇ ਰਹਿੰਦੇ ਆ, ਜਿਹੜਾ ਸਾਰੀ ਦੁਨੀਆਦਾਰੀ ਜੋ ਹੈਗੀ ਉਹ ਨਹੀਂ ਸਾਰਾ ਕੁਝ ਮੰਨੀ ਬੈਠੇ ਆ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਜੋ ਕੁਛ ਅਸੀਂ ਦੇਖਦੇ ਹਾਂ ਇਹ ਸਾਰਾ ਕੁਛ ਇੱਕ ਸੁਪਨੇ ਦੀ ਨਿਆਈ ਆ, ਜਾਂ ਕਹਿ ਲਓ ਇੱਕ ਪਰਛਾਵੇਂ ਦੀ ਨਿਆਈ ਆ, ਆਉਣ ਜਾਣ ਵਾਲੀ ਗੱਲ ਆ। ਪਰ ਅਸੀਂ ਉਹਦੇ ਵਿੱਚ ਹੀ ਫਸ ਕੇ ਆਪਣਾ ਜਿਹੜਾ ਇਹ ਸਾਨੂੰ ਰਾਜ ਮਿਲਿਆ, ਇਹ ਸਾਨੂੰ ਜੀਵਨ ਮਿਲਿਆ, ਉਸ ਰਾਜ ਅਤੇ ਜੀਵਨ ਦੇ ਵਿੱਚ ਅਸੀਂ ਉਹ ਸਾਰਾ ਕੁਛ ਆਪਣਾ ਵੇਸਟ ਕਰੀ ਜਾਈਏ, ਅਤੇ ਫਿਰ ਸਾਡਾ ਹਾਲ ਵੀ ਜਿਹੜਾ ਅਸੀਂ ਆਪਣੇ ਅੱਖੀ ਰਾਜਾ ਦੇਖਿਆ ਸਦਾਮ ਹੁਸੈਨ ਵਾਲਾ, ਉਹ ਤਾਂ ਅਸੀਂ ਇੱਕ ਰਾਜੇ ਦੇ ਰੂਪ ਵਿੱਚ ਦੇਖ ਲਿਆ, ਅਤੇ ਸਾਨੂੰ ਪਰਖ ਆ ਗਈ, ਸਾਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨ ਵਾਸਤੇ ਉਹ ਮੈਂ ਵਰਤ ਰਿਹਾ। ਪਰ ਅਸੀਂ ਵੀ ਕਿਸੇ ਰਾਜੇ ਤੋਂ ਘੱਟ ਨਹੀਂ ਗੇ, ਕਿਉਂਕਿ ਜਿਹੜਾ ਜੀਵਨ ਮਿਲਿਆ ਇਹ ਮੈਂ ਬਾਰ-ਬਾਰ ਕਿਹਾ ਕਿ ਜਿਹੜੇ 84 ਲੱਖ ਜੂਨਾਂ ਦਾ ਸਰਦਾਰ ਆ, ਇਹ ਸਰਦਾਰੀ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਲੜ ਲੱਗਣਾ ਪਊਗਾ, ਉਹਦੇ ਭਾਣੇ ਵਿੱਚ ਰਹਿਣਾ ਪਊਗਾ, ਉਹਦੇ ਚਰਨਾਂ ਵਿੱਚ ਰਹਿਣਾ ਪਊਗਾ। ਅਤੇ ਉਹਦੇ ਭਾਣੇ ਵਿੱਚ ਰਹਿਣ ਲਈ, ਉਹਦੇ ਚਰਨਾਂ ਵਿੱਚ ਰਹਿਣ ਲਈ ਸਾਨੂੰ ਜਿੱਥੇ ਅਰਦਾਸਾਂ ਕਰਨੀਆਂ ਉਸੇ ਅਰਦਾਸਾਂ ਦੇ ਨਾਲ ਸਾਨੂੰ ਗੁਰੂ ਵਾਲੇ ਵੀ ਬਣਨਾ ਪਊਗਾ। ਗੁਰੂ ਵਾਲ ਬਣ ਕੇ ਗੁਰੂ ਦੇ ਲੜ ਲੱਗਣਾ ਪਊਗਾ। ਲੜ ਲਾ ਕੇ ਗੁਰੂ ਨੇ ਜਿਹੜਾ ਸਾਨੂੰ ਹੁਕਮ ਕੀਤੇ ਆ, ਸਾਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਪਊਗੀ। ਅਤੇ ਜਦੋਂ ਅਸੀਂ ਲੜ ਲਾ ਕੇ ਜਿਹੜੇ ਸਾਡੇ ਗੁਰੂ ਨੇ, ਸਾਡੇ ਪਰਮਾਤਮਾ ਨੇ, ਵਾਹਿਗੁਰੂ ਨੇ ਸਾਨੂੰ ਸ਼ਬਦ ਰੂਪੀ ਜਿਹੜੇ ਗਿਆਨ ਬਖਸ਼ਿਆ ਆ, ਜਿਹੜਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਸ਼ਬਦ ਗੁਰੂ ਦੇ ਲੜ ਲਾਇਆ, ਜਦੋਂ ਅਸੀਂ ਉਹਦੇ ਚਰਨਾਂ ਦੇ ਵਿੱਚ ਰਹਾਂਗੇ, ਸ਼ਬਦ ਗੁਰੂ ਦੇ ਲੜ ਲਾ ਕੇ ਰਹਾਂਗੇ, ਤਾਂ ਸ਼ਾਇਦ ਅਸੀਂ ਉਹ ਜਿਹੜਾ ਵਾਕ ਹੈਗਾ ਤਪੋਂ ਰਾਜ ਅਤੇ ਰਾਜੋ ਨਰਕ, ਉੱਥੋਂ ਅਸੀਂ ਬਚ ਸਕਾਂਗੇ। ਸਾਡਾ ਜਿਹੜਾ ਜੀਵਨ ਆ ਉਹ ਸਫਲਾ ਹੋ ਸਕਦਾ, ਪਰ ਸਫਲਾ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਗੁਰੂ, ਸੱਚੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾਂਗੇ, ਉਹਦੇ ਚਰਨਾਂ ਵਿੱਚ ਰਹਾਂਗੇ, ਉਹਦੇ ਹੁਕਮ ਦੀ ਪਾਲਣਾ ਕਰਾਂਗੇ। ਅਤੇ ਇਹ ਸਾਰਾ ਕੁਛ ਤਾਂ ਹੀ ਹੋ ਸਕਦਾ ਜੇ ਸਾਨੂੰ ਇਹ ਸੋਝੀ ਹੋ ਜਾਊਗੀ ਵੀ ਅਸੀਂ ਵਾਕਿਆ ਹੀ ਇਸ ਜਨਮ ਦੇ ਵਿੱਚ 84 ਲੱਖ ਜੂਨਾਂ ਦੇ ਰਾਜੇ ਹਾਂ। ਕਿਉਂਕਿ ਜਦ ਤੱਕ ਸਾਨੂੰ ਆਪ ਨੂੰ ਪਤਾ ਨਹੀਂ ਲੱਗੇ, ਅਸੀਂ ਆਪਣੀ ਪਹਿਚਾਣ ਹੀ ਨਾ ਕਰ ਸਕੀਏ ਵੀ ਅਸੀਂ ਹੈ ਕੌਣ ਆ, ਕਿਉਂਕਿ ਸਾਡੀ ਆਦਤ ਬਣ ਚੁੱਕੀ ਹੈ, ਅਸੀਂ ਐਵੇਂ ਸਾਰੀ ਦਿਹਾੜੀ ਰੋਂ ਕਰੀ ਜਾਂਦੇ ਰਹਿੰਦੇ ਹਾਂ। ਹਮੇਸ਼ਾ ਸਾਡੇ ਅਕਾਲ ਪੁਰਖ ਵਾਹਿਗੁਰੂ 'ਤੇ ਗਿਲੇ ਹੀ ਰਹਿੰਦੇ ਆ ਵੀ ਤੂੰ ਐਂ ਨਹੀਂ ਕੀਤਾ, ਤੂੰ ਐਂ ਨਹੀਂ ਕੀਤਾ। ਦੂਸਰਿਆਂ ਵੱਲ ਦੇਖ ਕੇ ਅਸੀਂ ਸੜੀ ਜਾਂਦੇ ਰਹਿੰਦੇ ਹਾਂ, ਪਰ ਇਹ ਨਹੀਂ ਅਸੀਂ ਦੇਖਦੇ ਵੀ ਉਹ ਜਿਹੜਾ ਦੂਸਰਾ ਹੈ ਉਹਦੀ ਆਪਣੀ ਕਮਾਈ ਆ, ਜਿਹੜਾ ਦੂਸਰਾ ਇੱਧਰ ਆ ਉਹਦੀ ਆਪਣੀ ਕਮਾਈ ਆ, ਕਮਾਈ ਦਾ ਫਲ ਉਸ ਨੂੰ ਮਿਲਦਾ। ਪਰ ਅਸੀਂ ਕਮਾਈ ਦਾ ਫਲ ਨਹੀਂ ਸੋਚਦੇ, ਅਸੀਂ ਉਹਦੇ ਵੱਲ ਦੇਖ ਕੇ ਸੜੀ ਜਾਵਾਂਗੇ ਅਤੇ ਅਕਾਲ ਪੁਰਖ ਵਾਹਿਗੁਰੂ ਨੂੰ ਮਿਹਣੇ ਦੇਈ ਜਾਵਾਂਗੇ, ਅਤੇ ਕੁਛ ਪ੍ਰਾਪਤ ਹੋਣ ਵਾਲਾ ਨਹੀਂ ਗਾ। ਪ੍ਰਾਪਤ ਸਾਨੂੰ ਤਾਂ ਹੀ ਹੋਊਗਾ ਜਦੋਂ ਅਸੀਂ ਆਪਣੀ ਪਹਿਚਾਣ ਕਰਾਂਗੇ, ਅਤੇ ਜੋ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਆ ਉਹਦਾ ਸ਼ੁਕਰਾਨਾ ਕਰਾਂਗੇ। ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਤੂੰ ਮੈਨੂੰ ਇਹ ਇਨਸਾਨੀ ਜੀਵਨ ਦਿੱਤਾ, ਇਹ ਅੱਖਾਂ ਪੈਰ ਹੱਥ ਦਿੱਤੇ, ਸਾਨੂੰ 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ। ਕਿਰਪਾ ਕਰ, ਆਪਣੇ ਲੜ ਲਾਈ ਰੱਖ, ਮਿਹਰ ਕਰ, ਸਾਨੂੰ ਆਪਣੇ ਤੋਂ ਦੂਰ ਨਾ ਕਰ, ਤਾਂ ਕਿ ਅਸੀਂ ਇਹ ਜਿਹੜਾ ਜਨਮ ਆ ਉਹਨੂੰ ਸਫਲਾ ਕਰ ਸਕੀਏ, ਤਾਂ ਕਿ ਇਹ ਜਿਹੜਾ ਜਨਮ ਹੈ ਉਹ ਤੋਂ ਲਾਭ ਲੈ ਸਕੀਏ। ਇਹ ਜਿਹੜਾ ਸਾਨੂੰ ਜੀਵਨ ਮਿਲਿਆ ਤਪ ਕਰਨ ਤੋਂ ਬਾਅਦ, ਅਤੇ ਹੁਣ ਅਸੀਂ ਰਾਜ ਕਰਦੇ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਰਕਾਂ ਦੇ ਭਾਗੀ ਨਾ ਬਣੀਏ। ਅਤੇ ਜੇ ਅਸੀਂ ਇਹਦਾ ਵਿਚਾਰ ਨਾ ਕਰਾਂਗੇ, ਜੇ ਅਸੀਂ ਗੁਰੂ ਮੂਹਰੇ ਅਰਦਾਸਾਂ ਨਾ ਕਰਾਂਗੇ, ਅਤੇ ਇਸ ਜੋ ਸਰੀਰ ਸਾਨੂੰ ਮਿਲਿਆ ਜਾਂ ਦੁਨੀਆ ਦੇ ਵਿੱਚ ਜੋ ਸਾਨੂੰ ਤਾਕਤਾਂ ਮਿਲੀਆਂ ਉਹਦੀ ਨਜਾਇਜ਼ ਵਰਤੋਂ ਕਰਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਾਡਾ ਜੀਵਨ ਆ ਉਹ ਸਾਰਾ ਵਿਅਰਥ ਚੱਲ ਜੂਗਾ। ਅਤੇ ਫਿਰ ਅਸੀਂ 84 ਲੱਖ ਜੂਨਾਂ ਦੇ ਵਿੱਚ ਚਲੇ ਜਾਵਾਂਗੇ, ਅਤੇ 84 ਲੱਖ ਜੂਨਾਂ ਦੇ ਵਿੱਚ ਤੁਰੇ ਫਿਰਨਾ ਉਹ ਵੀ ਇੱਕ ਨਰਕ ਵਾਲੀ ਗੱਲ ਹੀ ਆ। ਭਾਵੇਂ ਸਵਰਗ ਅਤੇ ਨਰਕ ਅਸੀਂ ਇੱਥੇ ਇਸ ਧਰਤੀ ਦੇ ਉੱਤੇ ਦੇਖਦੇ ਹਾਂ, ਪਰ ਉਹ ਵੀ ਸਾਡੇ ਵਿੱਚੋਂ ਹੀ ਕੋਈ ਜੂਨਾਂ ਆ ਕੇ ਅਤੇ ਇਸ ਨਰਕ ਦਾ ਹਿੱਸੇਦਾਰ ਬਣਦੀਆਂ। ਅਤੇ ਇਸ ਧਰਤੀ ਦੇ ਉੱਤੇ ਅਸੀਂ ਐਸੀਆਂ ਰੂਹਾਂ ਵੀ ਦੇਖਦੇ ਹਾਂ ਜਿਹੜੀ ਸਵਰਗਾਂ ਦਾ ਆਨੰਦ ਮਾਣਦੀਆਂ, ਜਿਹੜੀਆਂ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਜੁੜੀਆਂ ਰਹਿੰਦੀਆਂ, ਜਿਹੜੀਆਂ ਹਮੇਸ਼ਾ ਵਾਹਿਗੁਰੂ ਦਾ ਸਿਮਰਨ ਕਰਦੀਆਂ ਰਹਿੰਦੀਆਂ। ਹਮੇਸ਼ਾ ਵਾਹਿਗੁਰੂ ਜਿਹੜਾ ਸਾਨੂੰ ਜੋ ਵੀ ਬਖਸ਼ਦਾ ਆ,
ਉਹਦੇ ਵਿੱਚ ਖੁਸ਼ ਰਹਿੰਦੀਆਂ ਆ, ਭਾਵੇਂ ਉਹ ਨੰਗੇ ਰਹਿਣ ਭਾਵੇਂ ਭੁੱਖੇ ਰਹਿਣ, ਪਰ ਉਹਦੇ ਸ਼ੁਕਰਾਨੇ ਵਿੱਚ ਰਹਿੰਦੇ ਆ। ਉਹ ਰੂਹਾਂ ਜਿਹੜੀਆਂ ਹੈਗੀਆਂ ਉਹ ਇੱਥੇ ਵੀ ਸਵਰਗਾਂ ਵਿੱਚ ਆ ਅਤੇ ਆਉਣ ਵਾਲੇ ਜਿਹੜਾ ਜੀਵਨ ਆ ਉਹਦੇ ਵਿੱਚ ਹੀ ਸਵਰਗ ਵਿੱਚ ਰਹਿੰਦੀਆਂ। ਪਰ ਜਿਹੜੀਆਂ ਅੱਜ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੀਆਂ ਤਾਂ ਉਹ ਇੱਥੇ ਵੀ ਫਿਰ ਨਰਕਾਂ ਦੇ ਵਿੱਚ ਰਹਿਣਗੀਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨਰਕਾਂ ਵਿੱਚ ਹੀ ਜਾਣਾ ਪਊਗਾ। ਅਤੇ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਨੂੰ ਇਹੀ ਬੇਨਤੀ ਵਾਰ-ਵਾਰ ਕਰਦੇ ਹਾਂ ਕਿ ਐਸੀ ਇੱਕ ਮਿਸਾਲ ਆਪ ਜੀ ਨੂੰ ਦਿੱਤੀ ਸਦਾਮ ਹੁਸੈਨ ਦੀ। ਇਹ ਸਿਰਫ ਇੱਕ ਮਿਸਾਲ ਨਹੀਂ ਗੀ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ, ਬਿਆਨ ਪੜ੍ਹਦੇ ਹੋ, ਦੁਨੀਆਦਾਰੀ ਦੀ ਤੁਹਾਨੂੰ ਸੋਝੀ ਆ, ਪੜ੍ਹੇ ਲਿਖੇ ਬੰਦੇ ਆ ਤੁਸੀਂ, ਤੁਹਾਨੂੰ ਪਤਾ ਲੱਗਦਾ ਰਿਹਾ ਕਿ ਕਿੱਥੇ ਕਿੱਥੇ ਬੰਦੇ ਐਡੇ ਐਡੇ ਤਕੜੇ ਬੰਦੇ ਜਿਹੜੇ ਆ ਅਸੀਂ ਮਿੰਟਾਂ ਦੇ ਵਿੱਚ ਦਿਨਾਂ ਦੇ ਵਿੱਚ ਦੇਖਿਆ ਕਿ ਉਹ ਸੜਕਾਂ ਦੇ ਉੱਤੇ ਭਿਖਾਰੀਆਂ ਦਾ ਜੀਵਨ ਬਤੀਤ ਕਰਦੇ ਆ। ਅਤੇ ਇੱਥੇ ਤੱਕ ਵੀ ਗੁਰਬਾਣੀ ਵਿੱਚ ਲਿਖਤਾ, ਜਦੋਂ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਟੁੱਟ ਜਾਈਏ ਅਤੇ ਫਿਰ ਪਤਾ ਕੀ ਹੁੰਦਾ, ਦਰ ਮੰਗਣ ਭੀਖ ਨਾ ਪਾਇੰਦਾ। ਫਿਰ ਉਹ ਐਸਾ ਸਾਡਾ ਹਾਲਾਤ ਹੋ ਜਾਂਦਾ, ਕਦੀ ਅਸੀਂ ਰਾਜੇ ਸੀ ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟ ਗਏ ਉਹਨੇ ਸਾਨੂੰ ਭਿਖਾਰੀ ਬਣਾ ਦਿੱਤਾ। ਅਤੇ ਭਿਖਾਰੀ ਵੀ ਇੱਦਾਂ ਦੇ ਬਣਾਇਆ, ਜਦੋਂ ਅਸੀਂ ਕਿਸੇ ਦੇ ਦਰ 'ਤੇ ਮੰਗਣ ਗਏ ਤਾਂ ਉੱਥੇ ਵੀ ਸਾਨੂੰ ਭੀਖ ਨਹੀਂ ਮਿਲਦੀ। ਪਰ ਜਦੋਂ ਅਸੀਂ ਗੁਰੂ ਵਾਲੇ ਬਣ ਜਾਈਏ, ਗੁਰੂ ਦੇ ਲੜ ਲੱਗ ਜਾਈਏ ਅਤੇ ਫਿਰ ਸਾਨੂੰ ਬਿਨ ਮੰਗਿਆਂ ਸਭ ਕੁਛ ਜਾਣਦਾ, ਫਿਰ ਸਾਨੂੰ ਕਿਤੇ ਜਾ ਕੇ ਮੰਗਣ ਦੀ ਵੀ ਲੋੜ ਨਹੀਂ ਪੈਂਦੀ। ਡਿਫਰੈਂਸ ਸਿਰਫ ਇੰਨਾ ਹੀ ਆ ਕਿ ਜਿੰਨਾ ਕਿ ਇੱਕ ਪਲਕ ਵਾਲੀ ਗੱਲ ਆ, ਜੇ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜ ਲਿਆ, ਗੁਰੂ ਦੇ ਹੋ ਗਏ, ਅਤੇ ਤੁਹਾਨੂੰ ਕਿਤੇ ਦਰ 'ਤੇ ਜਾ ਕੇ ਮੰਗਣ ਦੀ ਲੋੜ ਨਹੀਂ। ਜੋ ਵੀ ਤੁਹਾਡੀਆਂ ਡਿਮਾਂਡਾਂ ਹਨ, ਜਿੱਦਾਂ ਪਿਤਾ ਆਪਣੇ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਦਾ, ਉਹਦੇ ਮੰਗਣ ਤੋਂ ਬਗੈਰ ਹੀ ਪੂਰੀਆਂ ਕਰਦਾ। ਜਦੋਂ ਬੱਚੇ ਨੂੰ ਬੋਲਣ ਦੀ ਸੋਝੀ ਨਹੀਂ ਹੁੰਦੀ, ਮਾਂ ਹਰ ਦੁੱਖ ਸੁੱਖ ਜਿਹੜਾ ਆ ਉਹਨੂੰ ਦੇਖਦੀ ਆ, ਹਰ ਲੋੜੀਂਦੀ ਚੀਜ਼ ਜਿਹੜੀ ਆ ਉਹਨੂੰ ਦਿੰਦੀ, ਜਦੋਂ ਬੋਲਣ ਦੀ ਸੋਝੀ ਵੀ ਨਹੀਂ ਹੁੰਦੀ। ਇਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਉਹ ਵੀ ਸਾਨੂੰ ਦਿੰਦਾ, ਪਰ ਉਦੋਂ ਦਿੰਦਾ ਜਦੋਂ ਅਸੀਂ ਉਹਦੇ ਬੱਚੇ ਬਣ ਜਾਈਏ ਅਤੇ ਅਕਾਲ ਪੁਰਖ ਵਾਹਿਗੁਰੂ ਨੂੰ ਕਹੀਏ ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤਾਂ ਫਿਰ ਇਹ ਗੱਲ ਬਣਦੀ ਆ। ਪਰ ਜਦੋਂ ਅਸੀਂ ਇਸ ਸੰਸਾਰ ਵਿੱਚ ਆਉਂਦੇ ਹਾਂ, ਅਸੀਂ ਆਪ ਹੀ ਸਾਰਾ ਕੁਛ ਬਣਨ ਲੱਗ ਪੈਂਦੇ ਹਾਂ, ਅਤੇ ਫਿਰ ਅਸੀਂ ਇਹਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਤੋਂ ਦੂਰ ਜਾਣ ਲੱਗ ਪੈਂਦੇ ਹਾਂ। ਅਤੇ ਜਦੋਂ ਅਸੀਂ ਉਹ ਤੋਂ ਦੂਰ ਜਾਂਦੇ ਹਾਂ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋਗ, ਫਿਰ ਸਾਡਾ ਇਹ ਹਾਲਤ ਹੋ ਜਾਂਦੀ ਆ ਕਿ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿੰਦਾ, ਫਿਰ ਅਸੀਂ ਨਰਕਾਂ ਵਿੱਚ ਹੀ ਜਾਣਾ। ਤਪੋਂ ਰਾਜ ਮਿਲਦਾ ਅਤੇ ਰਾਜ ਤੋਂ ਫਿਰ ਜਾ ਕੇ ਨਰਕ ਮਿਲਦਾ। ਜੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਜੀਵਨ ਬਖਸ਼ਿਆ ਅਤੇ ਆਪਾਂ ਇਸ ਜੀਵਨ ਦਾ ਲਾਹਾ ਲਈਏ, ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ ਅਤੇ ਹਮੇਸ਼ਾ ਕਹੀਏ ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਆਪ ਦਾ ਵਿਚਾਰ ਕਰਦਿਆਂ ਕੋਈ ਗੱਲ ਚੰਗੀ ਲੱਗੇ ਤਾਂ ਜ਼ਰੂਰ ਰੱਖਣੀ, ਜੇ ਕੋਈ ਮਾੜੀ ਲੱਗੇ ਤਾਂ ਦਾਸ ਨੂੰ ਦੇ ਦੇਣੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।